का खालसा वाहिगुरू जी की फतेह। वाहिगुरु साहिब जीओ। एक ओंकार सतनाम करता पुरख निर्भौ निर्वैर अकाल मूर्त अजूनी सैभं गुर प्रसाद जप आद सच जुगाद सच है भी सच नानक हो। ਜਿਹੜਾ ਬਹੁਤ ਔਖੀ ਚੀਜ਼ ਲੱਭੀ ਹੋਵੇ ਤੇ ਉਹਦਾ ਮੁੱਲ ਕੋਈ ਨਾ ਬਣਦਾ ਹੋਵੇ ਉਹਨੂੰ ਦੁਰਲੱਭ ਕਹਿੰਦੇ ਨੇ। ਮਨੁੱਖਾ ਸਰੀਰ ਜਿਹੜਾ ਇਹ ਦੁਰਲੱਭ ਹੈ, ਇਸ ਕਰਕੇ ਮਹਾਰਾਜ ਕਹਿੰਦੇ ਦੁਰਲੱਭ ਹੈ ਅਮੋਲ ਪਦਾਰਥ। ਇਹ ਜਿਹੜਾ ਮਨੁੱਖਾ ਸਰੀਰ ਹੈ ਪਦਾਰਥ, ਇਹ ਤਾਂ ਅਮੋਲਕ ਪਦਾਰਥ ਹੈ, ਜਨਮ ਪਦਾਰਥ ਕਹਿੰਦੇ ਨੇ ਇਸ ਨੂੰ। ਇਸ ਕਰਕੇ ਇਹ ਹੈ ਅਮੋਲ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਈ ਨਾ ਵਾਰਿਆ ਬਾਰ, ਜੋ ਬਨ ਫਲ ਪਾਕੇ ਭੋਏ ਗਿਰੇ ਬਹੁਰ ਨਾ ਲੱਗੇ ਬਾਰ। ਬਿਰਛ ਦੇ ਨਾਲੋਂ ਫਲ ਤਾਂ ਭਾਵੇਂ ਕੱਚੇ ਵੀ ਡਿੱਗ ਜਾਂਦੇ, ਪਰ ਕੱਚਾ ਫਲ ਜਿਹੜਾ ਹੈ ਉਹਨੂੰ ਅਗਰ ਕੋਈ ਨਾਲ ਜੋੜਨਾ ਚਾਹੇ ਦੁਬਾਰੇ ਜੋੜਿਆ ਜਾ ਸਕਦਾ ਹੈ। ਜਿਵੇਂ ਪਿਉਂਦ ਨਹੀਂ ਹੋ ਜਾਂਦੀ ਬੂਟਿਆਂ ਨੂੰ, ਫਲ ਵੀ ਜੋੜਿਆ ਜਾ ਸਕਦਾ, ਪਰ ਜਿਹੜਾ ਪੱਕ ਕੇ ਡਿੱਗਦਾ ਹੈ ਉਹ ਨਹੀਂ ਜੋੜਿਆ ਜਾਂਦਾ। ਉਹਦਾ ਕਾਰਨ ਕਿ ਵੀ ਟਹਿਣੀ ਸੁੱਕ ਜਾਂਦੀ, ਉਹਦੇ 'ਚ ਰਸ ਖਤਮ ਹੋ ਜਾਂਦਾ ਹੈ, ਫਿਰ ਉਹ ਪਟਕ ਦੇ ਕੇ ਧਰਤੀ ਤੇ ਡਿੱਗ ਜਾਂਦਾ ਹੈ। ਜਿਉਂ ਬਨ ਫਲ ਪਾਕੇ ਭੋਏ ਗਿਰੇ, ਇਹ ਪ੍ਰਮਾਣ ਇੱਥੇ ਤਾਂ ਦਿੱਤਾ ਹੈ ਕਬੀਰ ਸਾਹਿਬ ਨੇ। ਤੇ ਜਿਵੇਂ ਉਹ ਦੁਬਾਰੇ ਨਹੀਂ ਲੱਗ ਸਕਦਾ, ਮਨੁੱਖਾ ਸਰੀਰ ਦਾ ਤੇਰਾ ਫਲ ਦੀ ਨਿਆਈ ਹੈ, ਤੇ ਟਹਿਣੀ ਦੀ ਨਿਆਈ ਤੇਰੀ ਪਰਾਲਬਧ ਹੈ। ਜਦੋਂ ਸੁੱਕ ਗਈ ਪਰਾਲਬਧ, ਸੰਸਾਰ ਬਿਰਛ ਦੇ ਨਾਲੋਂ ਤੇਰਾ ਸੰਬੰਧ ਟੁੱਟ ਜਾਂਦਾ ਹੈ। ਤੈਨੂੰ ਕਹਿਣਗੇ ਮ੍ਰਿਤਕ, ਮੁਰਦਾ। ਇਸ ਕਰਕੇ ਮਨੁੱਖ ਸਰੀਰ ਬੜਾ ਦੁਰਲੱਭ ਹੈ, ਬਾਰ ਬਾਰ ਇਹ ਹੋਣ ਵਾਲੀ ਦੇਖ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਦਾ ਵੀ ਪ੍ਰਮਾਣ ਹੈ, ਵੀਰ ਮਾਨਸ ਜਾਂ ਦੁਰਲੱਭ ਹੈ ਹੋਏ ਨਾ ਬਾਰ ਬਾਰ, ਜਿਉ ਮਨ ਫਲ ਪਾਕੇ ਭੋਏ ਬਹੁਤ ਨਾ ਪਾਕੇ। ਮਨੁੱਖ ਸਰੀਰ ਜਿਹੜਾ ਹੈ ਸੌਖਾ ਜਿਹਾ ਨਹੀਂ ਪ੍ਰਾਪਤ ਹੁੰਦਾ। ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਮਨੁੱਖ ਤੁਰਦਾ ਤੁਰਦਾ ਮਾਰਗ ਤੈਅ ਕਰਦਾ ਕਰਦਾ ਕਿਸੇ ਚੌਂਕ ਤੇ ਚਲਿਆ, ਚੁਰਾਹੇ ਤੇ ਚਲਿਆ ਗਿਆ। ਚੁਰਾਹੇ ਦਾ ਮਤਲਬ ਇਹ ਹੈ ਚਾਰ ਪਾਸੇ ਨੂੰ ਰਸਤਾ ਜਾਂਦਾ ਹੋਵੇ, ਇੱਕ ਸੱਜੇ ਨੂੰ, ਇੱਕ ਖੱਬੇ ਨੂੰ, ਇੱਕ ਮੂਹਰੇ ਨੂੰ ਤੇ ਇੱਕ ਪਿੱਛੋਂ ਜਿੱਥੋਂ ਆਇਆ। ਉਸ ਚੌਂਕ ਦਾ ਨਾਮ ਚੁਰਾਹਾ ਹੈ, ਜਿੱਥੇ ਉਸ ਦੇ ਨਾਲ ਇੱਥੇ ਚਲੋ ਤੁਸੀਂ ਆਪਣੀ ਇੱਧਰ ਦੀ ਭਾਸ਼ਾ ਬੋਲਣੀ ਪੈਂਦੀ ਹੈ, ਰੌਣ ਗੁੜ ਕਹਿ ਦਿੰਦੇ ਇਹਨੂੰ, ਇਹ ਤੁਹਾਡੇ ਇੱਧਰ ਦਾ ਬੋਲੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤਾਂ ਭਾਈ ਫਿਰ ਥੋੜਾ ਜਿਹਾ ਗੁਰਮਤਿ ਦੀ ਬੋਲੀ ਹੀ ਠੀਕ ਰਹਿੰਦੀ ਹੈ। ਚੁਰਾਹੇ ਤੇ ਕੋਈ ਆ ਗਿਆ ਤੇ ਫਿਰ ਉਹ ਭਾਵੇਂ ਸੱਜੇ ਨੂੰ ਮੁੜ ਜਾਵੇ, ਜਿਹੜਾ ਸੱਜੇ ਪਾਸੇ ਨੂੰ ਰਸਤਾ ਜਾਂਦਾ ਕੋਈ ਦਿੱਕਤ ਨਹੀਂ, ਜਾ ਸਕਦਾ। ਤੇ ਫਿਰ ਭਾਵੇਂ ਖੱਬੇ ਨੂੰ ਚਲੇ ਜਾਵੇ, ਚੁਰਾਹੇ ਤੇ ਖੜਾ, ਤੇ ਭਾਵੇਂ ਉਹ ਸਿੱਧਾ ਨਿਕਲ ਜਾਵੇ, ਜਾ ਸਕਦਾ ਸਿੱਧਾ। ਪਰ ਇਹਦੇ ਨਾਲ ਹੈ ਵੀ ਭਾਵੇਂ ਪਿੱਛੇ ਨੂੰ ਮੁੜ ਜਾਵੇ, ਉੱਥੇ ਚੱਕਰ ਖਾ ਕੇ, ਗੇੜਾ ਖਾ ਕੇ ਇਹ ਪਿੱਛੇ ਨੂੰ ਵੀ ਮੁੜ ਸਕਦਾ।
ਭੁਲੇਖਾ ਲੱਗ ਗਿਆ, ਕੁਝ ਹੋਰ ਹੋ ਗਿਆ, ਉੱਥੇ ਆ ਕੇ ਦਿਸ਼ਾ ਭਰਮਣ ਹੋ ਗਈ। ਬਹੁਤ ਸਾਰੇ ਲੋਕਾਂ ਨੂੰ ਹੋ ਜਾਂਦੀ ਹੈ। ਬਚਪਨ ਦੇ ਵਿੱਚ ਇੱਕ ਛੋਟਾ ਸ਼ਸਤਰ ਰਾਤ ਦੇ ਅੰਧੇਰੇ ਦੇ ਵਿੱਚ, ਜਿੱਥੇ ਜਥੇ ਦੇ ਆਗੂ ਬੈਠੇ ਮਹਾਂਪੁਰਸ਼, ਉਹ ਮੇਰੇ ਕੋਲ ਸੀ। ਹੱਥ ਦਾ ਛੋਟਾ ਸ਼ਸਤਰ, ਇੱਕ ਦਿਨ ਦਾਤਣਾ ਦੁੱਤਣਾ ਵੱਢਣ ਦੀ ਵੀ ਰਹਿੰਦੀ ਸੀ, ਸਹੂਲਤ ਹੈ। ਇਹ ਕੁੱਤੇ ਵੇਲੇ ਤੋਂ ਵੀ ਚੰਗਾ ਰਹਿੰਦਾ, ਛੋਟਾ ਜਿਹਾ ਸੀ ਸ਼ਸਤਰ, ਬਹੁਤ ਵਧੀਆ ਸੀ। ਉਹ ਸੰਤ ਨੇ ਖੁਸ਼ ਹੋ ਕੇ ਮੈਨੂੰ ਦਿੱਤਾ ਸੀ ਵੀ ਇਹਨੂੰ ਸੰਭਾਲ ਕੇ ਰੱਖੀ। ਉਹ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਉੱਥੇ ਕੁਛ ਦੇਰ ਬੈਠਣਾ ਪਿਆ, ਉੱਤੇ ਸ਼ਸਤਰ ਉੱਥੇ ਕਿਤੇ ਰਹਿ ਗਏ ਮੇਰੇ ਕੋਲ ਗਲਤੀ ਦੇ ਕਾਰਨ। ਤੇ ਜਦੋਂ ਟਿਕਾਣੇ ਤੇ ਪਹੁੰਚ ਗਏ, ਮੈਂ ਕਿਹਾ ਵੀ ਜੇ ਹੁਣੇ ਦੱਸ ਦਈਏ ਚੰਗਾ। ਉੱਥੇ ਜਾ ਕੇ ਯਾਦ ਆਇਆ ਵੀ ਸ਼ਸਤਰ ਤਾਂ ਰਹਿ ਗਿਆ ਉੱਥੇ ਜਿੱਥੇ ਬੈਠੇ ਸੀ। ਵੀ ਚਲੋ ਝਿੜਕਾਂ ਤਾਂ ਹੁਣ ਵੀ ਪੈਣੀਆਂ, ਤੇ ਪਰ ਜੇ ਸਵੇਰੇ ਦੱਸਿਆ ਤਾਂ ਜ਼ਿਆਦਾ ਪੈਣਗੇ। ਇਹ ਤੋਂ ਬਿਹਤਰ ਵੀ ਹੁਣੇ ਦੱਸ। ਮੈਂ ਕਿਹਾ ਮਹਾਰਾਜ ਜੀ ਵੀ ਗਲਤੀ ਹੋ ਗਈ, ਵੀ ਸ਼ਸਤਰ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਜਿੱਥੇ ਆਪਾਂ ਬੈਠੇ ਸੀ ਉੱਥੇ ਰਹਿ ਗਿਆ। ਨਾਭੇ ਵਾਲੇ ਲੋਕ ਕਹਿੰਦੇ ਇਹ ਲਿਹਾਜ਼ ਨਹੀਂ ਬੋਲੀ, ਜਾ ਚੱਕ ਲੈ ਕੇ। ਗੱਡੀ ਵੀ ਨਹੀਂ ਦਿੱਤੀ, ਗੱਡੀ ਚ ਬਹਿ ਜਾ। ਮੈਂ ਕਿਹਾ ਜੀ ਜਾਵਾਂ ਕਿ ਮੈਂ? ਕਹਿੰਦਾ ਸਾਈਕਲ ਲੈ ਲਓ। ਮੈਂ ਕਿਹਾ ਚਲੋ ਠੀਕ ਹੈ ਜੀ, ਸਭ ਕੁਝ। ਮੇਰੇ ਨਾਲ ਦਾ ਇੱਕ ਜਗਦੀਸ਼ ਸਿੰਘ ਸੀ, ਉਹ ਆਖੇ ਉਕੇ ਚੰਗਾ ਲੱਗ ਜਾਂਦਾ ਸੀ, ਮੇਰੇ ਕੋਲ ਪੜ੍ਹਦਾ ਵੀ ਸੀ ਛੋਟੀਆਂ ਪੁੱਥੀਆਂ। ਮੈਂ ਕਿਹਾ ਜਗਦੀਸ਼ ਮੇਰੇ ਨਾਲ ਚੱਲ। ਕਹਿੰਦਾ ਜੀ ਚਲੋ ਮੈਂ ਨਾਲ ਜਾਵਾਂ। ਅਸੀਂ ਜੀ ਬਹੁਤ ਆਹੀ ਰਾਤ ਤੇ ਰਾਤ ਪਹੁੰਚੇ, ਤਾਂ ਰਾਤ ਨੂੰ ਕਿਹਨੇ ਚੱਕਣਾ, ਸ਼ਸਤਰ ਉੱਥੇ ਪਿਆ। ਮੈਂ ਕਿਹਾ ਚੱਲ ਸ਼ੁਕਰ ਹੋਇਆ ਤੇ ਜਾਨ ਛੁੱਟ ਗਈ। ਤੇ ਨਾਲੇ ਚਲੋ ਸੰਤਾਂ ਦਾ ਦਿੱਤਾ ਹੋਇਆ ਸੀ ਵੀ ਆਪਾਂ ਝਿੜਕਾਂ ਤੋਂ ਬਚ ਗਏ, ਵੀ ਚਾਹੇ ਖੇਚਲ ਕੱਟ ਲਈ, ਖੁਸ਼ ਹੋ ਗਏ। ਉਦੋਂ ਬਾਅਦ ਸਾਨੂੰ ਇਹੋ ਜਿਹਾ ਦਿਸ਼ਾ ਭਰਮਣ ਹੋਇਆ, ਅਸੀਂ ਤਾਂ ਸਾਰੀ ਰਾਤ ਘੁੰਮ ਕੇ ਨਾ ਮੁੜ ਕੇ ਪੋਹ ਬਟਾਲੇ ਨੂੰ ਉੱਥੇ ਫੇਰ ਆ ਚੜੇ ਜਿੱਥੇ ਸ਼ਸਤਰ ਪਿਆ ਸੀ। ਉਹ ਕਹਿੰਦਾ ਆ ਕੀ ਹੋ ਗਿਆ ਜਹਦਾਰ ਜੀ? ਮੈਂ ਹੋਣਾ ਕਿ ਦਿਸ਼ਾ ਭਰਮਣ ਹੋ ਗਿਆ। ਕਹਿਣ ਦਾ ਮਤਲਬ ਦਿਸ਼ਾ ਭਰਮਣ ਹੋਣ ਤੋਂ ਜਿਹੜੀ ਤੁਹਾਡੀ ਮੰਜ਼ਿਲ ਹੈ ਨਾ, ਮੰਜ਼ਿਲ ਜਿੱਥੇ, ਮੰਜ਼ਿਲ ਕੀ ਹੁੰਦੀ ਹੈ? ਜਿੱਥੇ ਪਹੁੰਚਣਾ, ਮਾਰਗ ਰਸਤਾ। ਪੜ੍ਹੇ ਲਿਖੇ ਬੈਠੇ ਹੋ, ਮੰਜ਼ਿਲ ਦਾ ਔਰ ਮਾਰਗ ਦਾ ਦੋਨਾਂ ਦਾ ਬੜਾ ਨੇੜੇ ਦਾ ਰਿਸ਼ਤਾ ਹੈ। ਜਿਹਦਾ ਮਾਰਗ ਖੋਇਆ ਗਿਆ ਉਹਦੀ ਮੰਜ਼ਿਲ ਪਹਿਲੀ ਹੋਈ, ਮੰਜ਼ਿਲ ਆਏਗੀ ਨਹੀਂ ਕਦੇ ਜਿਹਦਾ ਮਾਰਗ ਖੋਇਆ। ਭਗਤੀ ਇੱਕ ਮਾਰਗ ਹੈ, ਭਗਤੀ ਦਾ ਮਾਰਗ ਖੋਇਆ ਗਿਆ, ਗਿਆਨ ਦਾ ਮਾਰਗ ਅੱਗੇ, ਮੰਜ਼ਿਲ ਪਰਮਾਤਮਾ ਦੀ ਪ੍ਰਾਪਤੀ ਨਹੀਂ। ਤੋ ਇਸ ਕਰਕੇ ਹੈ ਵੀ ਇਹ ਜਿਹੜਾ ਮੈਂ ਪ੍ਰਮਾਣ ਦਿੱਤਾ ਵੀ ਮੇਰੇ ਤਾਂ ਖੁਦੇ ਨਾਲ ਹੋਈ ਗਈ ਹੈ, ਜਿਹੜੀ ਮੈਂ ਗੱਲ ਤੁਹਾਨੂੰ ਸੁਣਾ ਰਿਹਾ। ਇਹ ਮੁੜ ਕੇ ਬੰਦਾ ਮੂਹਰੇ ਵੀ ਜਾਂਦਾ ਜਾਂਦਾ, ਪਿੱਛੇ ਨੂੰ ਵੀ ਚਲਾ ਜਾਂਦਾ ਕਈ ਵਾਰੀ ਗਲਤੀ ਦੇ ਕਾਰਨ। ਹੁਣ ਜੇ ਪਿੱਛੇ ਨੂੰ ਵੀ ਮੁੜ ਸਕਦਾ, ਚੁਰਾਹਾ ਹੈ, ਸੱਜੇ ਨੂੰ ਵੀ ਜਾ ਸਕਦਾ, ਖੱਬੇ ਮੂਹਰੇ ਵੀ ਨਿਕਲ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੀਵ ਮਨੁੱਖ ਸਰੀਰ ਵਿੱਚ ਜਦੋਂ ਆ ਜਾਂਦਾ ਹੈ, ਇਹ ਸਮਝ ਲਓ ਵੀ ਚਰਾਹੇ ਦੇ ਨਾਲ। ਹੁਣ ਆਪਾਂ ਚਰਾਹੇ ਦੇ ਖੜੇ, ਗੱਲ ਕੰਮ ਦੀ ਹੈ, ਇਕੱਠ ਵੱਡੇ ਜਾਂ ਛੋਟੇ ਦੀ ਨਹੀਂ ਹੁੰਦੀ। ਤੁਹਾਡੇ ਵਿੱਚੋਂ ਗੁਰਮੁਖ ਰੂਹਾਂ ਤੁਸੀਂ ਬੈਠੇ ਹੋ, ਮੈਨੂੰ ਤਾਂ ਲੱਗਦਾ ਸਾਰੀ ਸਮਝ ਲਓਗੇ ਇਹ ਗੱਲ। ਪਰ ਜੇ ਇੱਕ ਦੋ ਦੇ ਵੀ ਸਮਝ ਆ ਜਾਵੇ ਤਾਂ ਸਮਝੋ ਕਥਾ ਕੀਤੀ ਸਮਝੀ ਹੋ। ਕਥਾ ਕਰਨ ਵਾਲੇ ਵੀ ਸਮਝ ਜਾਂਦੇ, ਸੁਣਨ ਵਾਲੇ ਦੀ ਸਮਝ ਆ ਜਾਂਦੀ, ਸਫਲ ਹੋ ਜਾਂਦਾ। ਮਨੁੱਖ ਸਰੀਰ ਹੈ ਚੁਰਾਹਾ। ਇਹ ਜੀਵ ਆਇਆ ਚੁਰਾਹੇ ਤੇ, ਜਿਹੜੀ ਮਨੁੱਖ ਸਰੀਰ ਹੈ ਇਹ ਪਿੱਛੋਂ ਕਿੱਥੋਂ ਆਇਆ? ਕਈ ਜਨਮ ਪਏ ਕੀਟ ਪਤੰਗ, ਕਈ ਜਨਮ ਪਏ ਜ਼ਮੀਨ ਕੁਰੰਗ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿੱਚ ਜੋਇਓ,
मिल जगदीश मिलन की वरिया चिरंकार एदे ये है साडा पिछोकड़। जीव की बेशर्मी की कोई हद नहीं है। मार सीधी पैंदी है गुरबाणी तो, गल सुथरे की सही है। सुथरा एक दिन कथा सुनता सुनता पिठ करके बह गया। सिखा ने शिकायत की महाराज पुठे काम तो अगे भी करता, अज का बाहला ही पुठा करता कि कहते पिठ करके बह गया। दसो हम कोई कीर्तन वाले करी पिठ करके बह जाए कथा वाले करी तुम बैठे हो, दसो आपको चंगा लगूगा। गुरु गोबिंद सिंह साहब ने शिकायत की जी देखो कम से कम मस्ताना बनया रहे है सुथरा, पुठे सीधे काम करता, तुम बाहली च मिला लिया इनू, तुम महाराज का पक्ष करते हो, ये होर चांबल जाता है। तो अज देखो पिठ करी बैठे, महाराज कहते कितने, कहते वो बैठा पिछे बैठा पिठ करी मूँह उधर कराया अगले पासे। महाराज कहते लिया फड़ के फिर फड़ लिया। हाँ महाराज कहते हो सुथरिया, ये नहीं कहा भी मैं शंका करते हैं, वो सुथरिया सिख शंका करते हैं तेरे ते। कहना महाराज सिख करते कि तुम करते हो? कहना ना मैं तो नहीं करता, सिख करते हैं। अच्छा जी फिर कोई बात नहीं। की कहते हैं? कहते कहते तू पिठ करके बह गया। कहती हूँ पिठ करके तो बैठा हूँ, मैं भी तेन देखा भी पिठ तो तेरी करी भी जी, सिख इस गलों तो सच्चे। कहता जी गल इं है भी मैं तो इन्हों तो हैरान है भी बेशर्मी की कोई हद भी होंगी है। कहता एडे बेशर्म। महाराज कहते भाई तू ए बदमा शब्द ना कह संगत के आ तो नहीं तेरा शब्द गुर बंदा करनिया कमाइया वाले। कहता करनिया कमाइया वाले तो मैं कह देना उन्होंने छड़ के कहना मेरा। कहते चपेड़ा पैंदियां सीधियां। कहना मेरे मन में इन्नियां सट्टां लगियां चपेड़ा खांदिया खांदिया। कहना मैं कह जे कोई मारन वाला बाहला ही मार जाए पिठ कर लीजिए बिला भी पिठ कुटी जाए जी मर्जी। कहते तां पिठ करके बैठे। हुण यह चपेड़ नहीं ताकी आ गुरबाणी दी। सूकर कूकर जौन भरम ते तुम लाज ना आई। मैं जो कहता तेन शर्म नहीं आती होर की है, लानती है ना। राम नाम अमृत छड़ काबू दिता। यह है पिछोकड़। कुत्ते की जीन मिल गई, टिड्डियां पपड़ियां की मिल गई, पता नहीं किथे किथे धक्के खादे। जहाँ जहाँ ये देही धारी रह न पाया कबनों, ते मौत उत्थे आई फिर चले गए, मौत फिर आई फिर अगे चले गए। धक्के धोके खांदे खांदे मसां चराहे ते पहुंचे। हुण ये है भी कुछ लोग मनुखा शरीर तो बाद वापस पिछे नहीं मुड़ जाते। वो किवें मुड़दे ने? गुरमंत्र ही जो प्राणी त्रिगंध जन प्रश्न कूकर है सूकर है गंध है काक है सर्पण है तुरख है। मुड़ के चले गए। क्यों? गुरु धारण नहीं किया ते निगुरे रहे। सतगुरु बाजू गुर नहीं कोई निगुरे कहना ना बोला। वो चराहे तो पहुंच गए एक बार, फिर मुड़ के फिर उधर जिसों आए सी उत्थे पहुंच गए। ये वापस मुड़ना। कुछ लोग वापस तो नहीं मुड़ते पर खब्बे पासे मुड़ जाते हैं। एक पासा खब्बे पासे नहीं जाता ना। वो की है? भूतां प्रेतां की उपासना करके चराहे दे विच पिछे तो नहीं मुड़े, पर भूतां प्रेतां की उपासना करके जां देवी देवतियां की उपासना तो सज्जा पासा है। भूतां की उपासना करके की हो गया तो शरीर त्याग के फिर प्रेत ही बन गए। वो खब्बे नहीं मुड़ते। मुड़ के चराहा उन्होंने भी नहीं मिलना। एक चले गए सज्जे पासे नूं। वो कौन? देवी देवतां की उपासना करके शिव शिव करते जोना ध्यावै व्रत चले डौरू टमकावै महामाई की पूजा करे नर से नार होए उतरे। वो जाके उन्होंने देवतियों की उपासना करते करते जे तो उपासना पूरी हो जाए तो वह रूप बन जाते, नहीं फिर वह वाहन वाहन की वो सवारी
ਜਿਵੇਂ शिव जी ਜਿਹੜਾ ਬਲਦ ਦੀ ਸਵਾਰੀ ਕਰਦਾ ਹੈ, ਕਹਿੰਦੇ ਵੀ ਚਲੋ ਜੇ शिव जी ਦਾ ਰੂਪ ਨਹੀਂ ਗਿਆ ਬਲਦ ਬਣਨ ਤੱਕ ਤੇ ਗਿਆ ਹੀ ਨਹੀਂ ਹੈ। ਉਹਦਾ ਬਲਦ ਬਣੂਗਾ ਤੇ ਉਹ शिव जी ਡੋਰੂ ਉਹਦੇ ਤੇ ਵਜਾਊਗਾ ਬਹਿ ਕੇ। शिव शिव करते जो नर ते आवे बलद तेरे डोरू टमकावे। जे देवी की उपासना करी तो देवी का रूप बन गया, इस्त्री का जामा मिल गया, ते नहीं तो फिर देवी का जिहड़ा वाहन है वो तो बनूगा शेर बन गया, या एक देवी का वाहन जिहड़ा ना खोता भी हैगा वो बन गया। महामारी की पूजा करे नर से नार होए। हाँ तो ये करमई गल है। हाँ नामदेव कहते मैं नहीं कराम तो बिना जिदा हो जाए। देवी देवा पूजिया प्याई क्या मांगू कहते पहाड़ नीर पुखारी है, पानी च बधानी पाई हुई है, मक्खन नहीं निकलना। देवी देवताओं की पूजा पानी की बधानी है। ते बहादुर वो ने जिहड़े पिछों आके ना खब्बे नूं मुड़े ना सज्जे नूं मुड़े, अगां कूतरा पिछा फेर ना मोड़े, सीधे तुर गए, सीधे सीधे रेख चलो तुम नतर को धक्का दे दिया। सीधा रास्ता की सी प्रेमा भगती का, ज्ञान का मंजिल की है वाहिगुरू की प्राप्ति। इस करके भी मनुखा शरीर जिहड़ा ये चौंक है, ये बड़ा खतरनाक चौंक है जिहदे ते मैं खड़ा और तुसीं खड़े हो। ये देखना भी चौंक तो बाद जाना किधर नूं है, ये अपनी चोण आप कर लेनी है। कथा नहीं दसदा अपन भी तू चौंक च खड़ा है, ये हुण अपनी मर्जी है भाई, जिद्द की मर्जी चोण कर लियो। पर ये तिन्ना पासियां दुख है, पीछे नूं मुड़ोगे तां भी बहुत दुख है, सज्जे नूं मुड़ोगे तां भी, खब्बे नूं मुड़ोगे तां भी। सुख इस गल दे विच है कि सीधे सीधे रेख चलो तुम, बस भगती ज्ञान ये मार्ग में छोड़ना नहीं है। ये गुरु नानक साहब कह रहे हैं निज स्वरूप लख करो सकारत। हाँ जी, नित स्वरूप की है जिहड़ा हमेशा रहने वाला। विचारो आ जिहड़ा स्वरूप है, किते बचपन दी फोटो देखो, हुण आपे हसी जांदा, कहंदा ना मैं आ जांदा सी बचपन च। ਜਦੋਂ ਬੱਚਾ ਖੇਡਦਾ ਹੈ, ਕਿਤੇ ਮਾਂ ਬਾਪਾ ਨੇ ਫੋਟੋ ਖਿਚਾ ਲਈ, ਉਹ ਵੱਡਾ ਹੋ ਕੇ ਕਹਿੰਦਾ ਮੈਂ ਆ ਜਾਂਦਾ ਸੀ ਮਾਂ, ਮੈਂ ਹੋਰ ਕਿ ਤੂੰ ਕਿਤੇ ਹੈ ਨਹੀਂ ਸੀ ਜਾ ਜਾਉਣਾ। ਉਹ ਰੂਪ ਕਿੱਥੇ ਗਿਆ? ਅਨਿਤ ਹੋਣ ਕਰਕੇ ਉਹ ਨਿਤ ਬਚਪਨ ਵਰਗੀ ਸ਼ਕਲ ਨਹੀਂ ਰਹੀ। ਫਿਰ ਜਿਹੜੀ ਜਵਾਨੀ ਦੀ ਸ਼ਕਲ ਸੀ ਬੁਢਾਪੇ 'ਚ ਉਹ ਨਹੀਂ ਰਹੀ। ਇਹ ਹਾਲ ਕਿਸ ਨਾਲ ਹੋ ਗਿਆ? ਜੁਰੜੀਆਂ ਪੈਣ ਲੱਗੀਆਂ, ਲੱਤਾਂ ਭਾਰ ਨਹੀਂ ਚੱਲਦੀਆਂ, सुक्की मूली जिमें होंदी है कई दिन की पई हुई है तो चेहरा हो गया। तो फिर वो किधर गई जवानी वाला नाले बचपन वाला? भाई अनित है, और इनू लिखा भी देह अनित न नित है, ये रहनी नहीं, बदलती जा रही है। तो एक दिन ऐसा होना है वो बुढ़ापे वाला जिहड़ा पिंजरा तू छड्डण नूं तैयार नहीं है ना, भावें हो ਲੱਤਾਂ ਭਾਰ नहीं चलदियां, फिर भी मरना तक चाहता नहीं, मंजे ते पिया भी कहता होर जीवा होर जीवा। ये मौत ने वो भी तेरे को खो लेना। शरीर भी नाल नहीं गया, शरीर के संबंधी इत्थे छोड़ गया। इस करके गुरु नानक साहब कहते गुरसिखो भी उत्थे फिर ये जिहड़ा निज स्वरूप जिहड़ा ना, वो अपना स्वरूप जिहड़ा नित रहन वाला जिहड़ा स्वरूप है वो तेरा निज स्वरूप है, निज स्वरूप। इस करके देह दुर्लभ है, अमोलक पदार्थ है। निज स्वरूप लख करो सकारथ, इनू अपने निज स्वरूप नू निज कर महल पाओ, सुख सहजे बार न करो। अपनी आत्मा नू जानो, शरीर तेरा नहीं, कुछ नहीं है तत्तां दा है। तू शरीर नहीं, शरीर च बसन वाला जीवात्मा, तू एक पंछी है, तू आलना नहीं। हमेशा कहने मेरा घर है, तो नहीं कहते मैं घर। ये तो सीधे हिसाब है। जो ये कहने मेरा घर, यदा मतलब घर का घर लैदा तू लैदा। शरीर जो कहता मेरा शरीर, यदा मतलब शरीर तो बकरियां से न्याय की बात है। तो फिर वो तो शरीर में छड़ के जाएगा, शरीर में चक्की फिरनगे, मड़ियां च लै जाणगे, कवरां च लै जाणगे, पानी च जल प्रवाह कर देंगे, तो तेरे को आलना रहना नहीं। तो तेनों पंछिया उड़ना पऊगा, पंखी चले तो सावरी तेनों जाना पऊगा।
तो इस करके फरीदा पंख परौणी दुनी सुहावा बाग नौ दिवादी सोए सो चलन को बैस जान पाएगा। और जिस मार्ग पे राइया तू चलना है उत्थे तेरा अपना कोई भी नहीं होना, बहुत तंग होएगा। जय मात पिता सुत मीत न पाई मन ऊहा नाम तेरे संग सहाई। नाम संगी सो मन न पसारे, उनका मंत्र नहीं सुनता जिन्हें तेरे नाल रहना हमेशा। तो इस करके गुरु नानक साहब ये उपदेश देंगे हैं, नाम करके इनू सफला करो मुक्त नू प्राप्त हो जाओ। विषयन सुख सब जोनन माही। महाराज एक होर दुर्लभ गल कहते गुरु नानक साहब करतारपुर साहब बैठे वचन करते ना, कहते जो विषयों का सुख है ये तो सारिया जूना च सी, ये कि बड़ी गल है जी मगर तो सारी जिंदगी बर्बाद कर रहे हैं, ये तो सारिया जूना दे विच मिल जाता है। एक विचार नर तन मन बिन तनाही। एक विवेक विचार जिहड़ी ब्रह्म विचार आत्मक विचार ये नहीं किसी जून च मिलती। निंद्रा भोजन भोग है ये पसपुरख समान, नर्म ज्ञान निज अदकता ज्ञान बिना पस जाने। सूत्र दे सारी ये गल की है अगे दस दे। उर मैं इस विद करहु विचारन। उर नाम हिरदे लै। गुरु नानक साहब कहते गुर सिखो तुसी हिरदे ही थोड़ी जी इउं विचार करया करो हर रोज। को मैं हो जो जग को कारण। कहते को मैं कौन हाँ, संसार की है, ये संसार में पैदा करने वाला कारण कौन है। एक धर्म शास्त्र दे विच ऐसा लिखा है, कहते ब्रह्म मुहूर्त उठे नर चितवै एती बात। को मैं ब्रह्म को मैं कौन हाँ, जगत को ये कौन सगत को जात। मैं कौन हाँ, जगत की है, ब्रह्म की है, ते ये केड़ी शक्ति है जिहड़ी मेरे शरीर नूं चला रही है। अखां वेखदियां कंन सुणदियां हथ पड़दे पैर चलदे उहनूं ये कहंदे ये रोज सोचो एक बारी। शरीर नहीं हाँ, शरीर तो वखरा है। ये 4 दिनों के तेरे रिश्तेदारियां संबंध ने, इन्हां नूं छड्ड के कई चले गए ते कई जा रहे न। एक सज्जन चले एक चल गए रहिंदे भी हुण जाए। तू किहड़े बाग दी मूलियां जिहड़ा तू इत्थे पैर पसारी फिरदा कहना भी मैं हमेशा ही रहूंगा इत्थे। ये तेरी गलती है महाराज। निर्णय सत है असत है करीजै। सत निरत बूझे जे कोई निर्णय करना है, सत की है असत की है। सत है परमेश्वर, असत है दृष्टमान है सगल मिथ्येना। ये है झूठ जो दिस रहा है, ये सत नहीं है। सत वस्तु दिखा नहीं करती। उपर छत दीदी आपां नूं कंधां भी दिसदियां न, ऐदा जिथे बैठे हैं ये भी दिखता है, सब कुछ दिखता है। पर जिहड़े नींह दे उत्ते सारा मकान खड़ा नींह दिखती है, वो तो धरती च रुकी हुई है, बहुत डूंगी है। मकान खड़ा उहदे ते है, वो दिस नहीं रही। इसे तरह परमात्मा के सहारे सारा ब्रह्मांड खंड जिन्ने भी करोड़ा ये उहदे आसरे खड़े, आसरा नहीं दिखता, जगत दिस रहा। इस करके सत वस्तु बिरछ दिखता, उहदे टाण दिखते हैं, टाणियां दे पत्ते दिखते हैं, फल फुल दिखते हैं, उहदियां जड़ां तां धरती च न 20-20 फुट ते जड़ां उहदियां चली जांदियां। जिहड़े पिपल किते देखो किते दूर तक चले जाते हैं, बाकी दे कोई 10 फुट कोई 5 फुट कोई 4 फुट वो दिसदियां नहीं, तना दिखता है, टाणे दिखते। इस तरह जिवें बिरछ दे बाकी सारा कुछ दिखता है, जड़ां नहीं दिसदियां, मकान का जिहड़ी छत वगैरह सब कुछ दिखती है, नींह नहीं दिखती। इस तरह परमात्मा नहीं दिसता, पर संसार उहदे आसरे है। इस प्रकार महाराज दसदे कहते भाई वो परमेश्वर सत का ग्रहण करो, असत का त्यागन कर दिओ। तजहो असत्य है सत है गहरीजै। ते असत वस्तु नूं छड्ड दिओ, सत नूं ग्रहण कर लो कि परमात्मा सत स्वरूप है।
ਸੰਸਾਰ ਜਗਤ ਮਿਥਿਆ ਹੈ। ਦੇਹਾਦਿਕ ਪਰਪੰਚ ਪਸਾਰਾ। ਦੇਹ ਆਦਿਕ ਜਿਹੜਾ ਪ੍ਰਪੰਚ ਪਰ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਦਾ ਬਣਿਆ। ਅਸਤੀ ਪ੍ਰੰਤੀ ਪ੍ਰੇ ਜਣੀ ਸਤ ਚੇਤਨ ਆਨੰਦ ਨਾਮ ਤੇ ਰੂਪ। ਨਾਮ ਰੂਪ ਮਾਇਆ ਦੀਆਂ ਅੰਸ਼ਾਂ, ਸਤ ਚੇਤਨ ਆਨੰਦ ਬ੍ਰਹਮ ਦੀਆਂ ਅੰਸ਼ਾਂ। ਪੰਜ ਦਵੰਜੀ ਦੀ ਖੇਡ ਹੈ ਮਹਾਰਾਜ ਦੀ ਕਰੀਬੀ। ਤੇ ਇਸ ਪ੍ਰਕਾਰ ਇਹ ਜਿਹੜਾ ਸੰਸਾਰ ਦੀ ਖੇਡ ਮਹਾਰਾਜ ਨੇ ਰਚੀ ਹੋਈ ਹੈ, ਇਹਨੂੰ ਪ੍ਰਪੰਚ ਕਹਿੰਦੇ ਨੇ। ਨਾਸਵਾਨ ਹੈ, ਦਿਸਣ ਵਾਲੀਆਂ। ਸਤ ਚੇਤਨ ਆਨੰਦ ਉਹ ਦਿਸਦਾ ਨਹੀਂ ਹੈ, ਉਹ ਸਤਰੂਪ ਹੈ। ਲਖੋ ਅਸਤ ਸਤ ਆਧਾਰਾ। ਇਹ ਅਸਤ ਜਿਹੜੀ ਵਸਤੂ ਹੁੰਦੀ ਹੈ ਨਾ, ਅਸਲ ਦੇ ਵਿੱਚ ਉਹ ਆਸਰਾ ਦਾ, ਉਹਦਾ ਅਸਤ ਵਸਤੂ ਦਾ ਜਿਹੜਾ ਨਾ, ਉਹ ਆਸਰਾ ਸੱਚੀ ਹੁੰਦਾ ਹੈ। ਤੇ ਜਿਵੇਂ ਆਸਰੇ ਨੂੰ ਸੱਚ ਮੰਨੋ, ਜਿਹੜਾ ਆਸਰਾ ਹੈ, ਹੁਣ ਜਿਹੜਾ ਰੱਸੀ ਚੋਂ ਸੱਪ ਦਿਸਣ ਲੱਗ ਗਿਆ, ਉਹਦਾ ਆਸਰਾ ਕੀ ਹੈ? ਰੱਸੀ ਤਾਂ ਸੱਚ ਹੈ, ਲੇਕਿਨ ਸੱਪ ਸੱਚ ਨਹੀਂ ਹੈ ਜਿਹੜਾ ਦਿਸਦਾ ਹੈ। ਰਾਜ ਤੇ ਅੰਗ ਪ੍ਰਸੰਗ ਜੈਸੇ ਹੈ ਆਪ ਕੁਝ। ਤੇ ਇਸ ਪ੍ਰਕਾਰ ਸੰਸਾਰ ਤੇ ਉਹ ਸਤ ਬ੍ਰਹਮ ਦੇ ਆਸਰੇ ਹੈ, ਲੇਕਿਨ ਰੱਸੀ ਚ ਜਿਵੇਂ ਸੱਪ ਜੰਮਿਆ ਵਾ ਦੀਦਾ ਹੈ ਨਾ, ਉਹ ਦੁੱਖ ਦਿੰਦਾ ਹੈ। ਕਹਿੰਦਾ ਕਿ ਲੜ ਨਾ ਜਾਵੇ, ਮਗਰ ਨਾ ਭੱਜੇ, ਖੜਾ ਕੰਬੀ ਜਾਂਦਾ ਹੈ। ਜਦੋਂ ਚਾਨਣਾ ਹੋ ਗਿਆ ਕਹਿੰਦਾ ਲੈ ਮੈਂ ਉਮੀਦ ਡਰੀ ਗਿਆ, ਇਹ ਤਾਂ ਰੱਸੀ ਪਈ ਸੀ। ਜਦੋਂ ਸੱਪ ਦੇਖਦਾ ਸੀ ਉਦੋਂ ਰੱਸੀ ਨਹੀਂ ਸੀ ਦਿਖਦੀ, ਜਦੋਂ ਰੱਸੀ ਦੇਖਦੀ ਉਹ ਸੱਪ ਲੋਪ ਹੋ ਗਿਆ। ਜਿੰਨਾ ਚਿਰ ਸੰਸਾਰ ਦਿਖਦਾ ਉਹਨਾਂ ਚਿਰ ਰੱਬ ਨਹੀਂ ਦਿਖਦਾ, ਜਦੋਂ ਰੱਬ ਦਿਖਦਾ ਸੰਸਾਰ ਦਿਸ ਤੇ ਅੜ ਜਾਣਾ। ਫੇਰ ਕੀ ਹੋ ਗਿਆ? ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਰੱਬ ਤੋਂ ਬਿਨਾਂ ਕੋਈ ਚੀਜ਼ ਨਹੀਂ ਹੋਵੇ। ਇਸ ਪ੍ਰਕਾਰ ਦੱਸਦੇ ਗੁਰੂ ਨਾਨਕ ਸਾਹਿਬ। ਸਾਚੀ ਹੋਤ ਜੀਵਰੀ ਜੈਸੇ। ਜਿਵੇਂ ਜਿਹੜੀ ਸੱਚੀ ਦਾ ਪਾਈ ਰੱਸੀ ਹੈ, ਜਿਹੜੀ ਦੇਂਦੀ ਸੀ ਵਿਸਪ ਰੂਪ ਚ, ਐ ਅਧੇ ਝੂਠੋ ਲਖ ਤੈਸੇ। ਤੇ ਇਹ ਨਾਮ ਸੱਪ ਦਾ ਸੰਸਕ੍ਰਿਤ। ਸੱਪ ਜਿਹੜਾ ਉਹਦੇ ਚ ਦਿਖਦਾ ਹੈ, ਉਹ ਭਾਈ ਨਾਸਵਾਨ ਹੈ। ਉਹ ਕਿਸੇ ਸੱਪਣੀ ਨੂੰ ਨਹੀਂ ਜੰਮਿਆ, ਨਾ ਡੰਗ ਮਾਰ ਸਕਦਾ ਹੈ, ਨਾ ਉਹਦੇ ਮੂੰਹ ਚ ਦੰਦ ਹੈ, ਨਾ ਤੁਰ ਸਕਦਾ ਹੈ। ਉਹ ਕਲਪਨਾ ਰੂਪ ਹੈ। ਰੱਸੀ ਦੇ ਅਗਿਆਨ ਕਰਕੇ ਸੱਪ ਜੰਮਿਆ, ਰੱਸੀ ਦੇ ਗਿਆਨ ਕਰਕੇ ਸੱਪ ਲੋਪ ਹੋ ਗਿਆ। ਨਾ ਡੰਡਾ ਮਾਰਨ ਦੀ ਲੋੜ ਪਈ, ਨਾ ਡਰਨ ਦੀ ਲੋੜ। ਕਹਿੰਦਾ ਉਹ ਮੈਂ ਉਮੀਦ ਡਰੀ ਗਿਆ ਤੋਂ। ਜਿਸ ਵੇਲੇ ਬ੍ਰਹਮ ਸਤ ਸਮਝ ਆ ਗਿਆ ਤੇ ਜੰਮਣ ਮਰਨ ਦਾ ਭੈ ਵੀ ਸੱਪ ਦੀ ਤਰ੍ਹਾਂ ਨਿਵਰਤ ਹੋ ਗਿਆ। ਲੈ ਮੇਰੀ ਦੇਹ ਜੰਮੀ ਸੀ, ਦੇਹ ਮਰ ਜੂਗੀ, ਮੈਨੂੰ ਕੀ ਫਰਕ ਪੈਣ ਲੱਗਿਆ? ਪੰਛੀ ਨੂੰ ਕੀ ਫਰਕ ਪਿਆ? ਆਲ੍ਹਣਾ ਛੱਡ ਕੇ ਉਡਾਰੀ ਮਾਰ ਕੇ ਹੋ ਜਾਂਦਾ। ਇਹ ਗੱਲ ਗੁਰੂ ਨਾਨਕ ਸਾਹਿਬ ਸਮਝਾ ਕੇ ਸਮਾਂ ਹੋ ਗਿਆ। ਗੁਰੂ ਕਿਰਪਾ ਕਰੇ। ਆਓ ਮੈਂ ਤੇ ਸਮਾਪਤੀ ਹੈ। ਬਾਕੀ ਦਿਨ ਦੇ ਵਿੱਚ ਤਾਂ ਮੇਰੇ ਕੋਲ ਖੁੱਲੀਆਂ ਵਿਚਾਰਾਂ ਹੁੰਦੀਆਂ, ਇਸ ਕਰਕੇ ਭਾਈ ਹੁਣ ਅੱਗੇ ਗਿਆਨੀ ਸਿੰਘ ਆਪ ਜੀ ਨੂੰ ਤੋਂ ਕਥਾ ਸੁਣਾਉਣਗੇ। ਲੜੀਵਾਰ ਇਤਿਹਾਸ ਦੀ ਜਿਹੜੀ ਹੈ, ਕੱਲ ਐਤਵਾਰ ਹੈ, ਛੁੱਟੀ ਵਾਲਾ ਦਿਨ ਹੈ, ਉਹਦੇ 'ਚ ਖੁੱਲੀਆਂ ਵਿਚਾਰਾਂ ਸਾਸ ਜੀ ਹੋਣਗੀਆਂ। ਸਮਾਂ ਗਿਆਨੀ ਜੀ ਦੱਸ ਦੇਣਗੇ ਵੀ ਸਹੀ ਟਾਈਮ ਕਿੰਨੇ ਤੋਂ ਕਿੰਨਾ ਮੇਰਾ। ਮੈਂ ਉਸ ਟਾਈਮ 'ਤੇ ਆ ਕੇ ਆਪ ਜੀ ਦੇ ਦਰਸ਼ਨ ਕਰੂੰਗਾ। ਉਹਨਾਂ 'ਚ ਬੰਦ ਜਮ੍ਹਾਂ ਕਰਨਗੇ। ਆਓ ਮੇਰੇ ਸਮਾਪਤ। ਹਾਂਜੀ ਤੁਸੀਂ ਵੀ ਦੇਹਾਦਿਕ ਪਰਪੰਚ ਪਸਾਰਾ। ਲਖੋ ਅਸਤ ਹੈ ਸਤ ਆਧਾਰਾ। ਸਾਚੀ ਹੋਤ ਜੀਵਰੀ ਜੈਸੇ। ਕਹਿ ਅਧੇ ਝੂਠੋ ਲਖ ਤੈਸੇ। हे गोविंद हे गोपाल हे दयाल नाथ अनाथ सखे दीन दर्द निवार। हे समर्थ अगन पूरन मोहे मया कार। अंधकूप महापया नानक पारिका। आई प्रभु शरणागति कृपा निध दयाल। एक अकर हर मन वस नानक होत लीना। वाहिगुरु नाम जहाज है चढ़े सो तरे। जो सरदा कर सेव दे पारे उतारन। जो सरदा कर सेव दे ਪਾਰ ਉਤਾਰਨ ਹਾਰ। वाहिगुरु जी का खालसा ਖਾਲਸਾ ਵਾਹਿਗੁਰੂ ਜੀ ਕੀ ਫਤਿਹ।